मेरा नाम डॉक्टर यानिश बनोट है ਤੇ ਅੱਜ ਮੈਂ ਤੁਹਾਨੂੰ ਮਿਰਗੀ ਦਾ ਦੌਰਾ, ਉਸ ਦੇ ਹੋਣ ਦੇ ਕਾਰਨਾਂ, ਉਸ ਦਾ ਇਲਾਜ ਤੇ ਉਸ ਦੇ ਰੋਕਥਾਮ ਬਾਰੇ ਜਾਣਕਾਰੀ ਦਵਾਂਗਾ। ਮਿਰਗੀ ਦੀ ਬਿਮਾਰੀ ਇੱਕ ਬਹੁਤ ਕਾਮਨ ਬਿਮਾਰੀ ਹੈ। ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਦੁਨੀਆ ਦੇ ਵਿੱਚ 1% ਲੋਕਾਂ ਨੂੰ ਮਿਰਗੀ ਦੀ ਬਿਮਾਰੀ ਹੈ। ਜੇ ਆਪਾਂ ਬਾਹਰ ਜਾਈਏ ਤੇ 100 ਬੰਦੇ ਦੇਖੀਏ ਰਸਤੇ ਦੇ ਵਿੱਚ, ਉਸ ਦੇ ਵਿੱਚ ਇੱਕ ਜਾਣੇ ਨੂੰ ਮਿਰਗੀ ਦੀ ਬਿਮਾਰੀ ਹੋ ਸਕਦੀ ਹੈ। ਇਸ ਦਾ ਮਤਲਬ ਸਾਡੇ ਆਲੇ ਦੁਆਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਰਗੀ ਦੀ ਬਿਮਾਰੀ ਹੈ। ਆਮ ਧਾਰਨਾ ਇਹ ਹੈ ਕਿ ਮਿਰਗੀ ਦੀ ਬਿਮਾਰੀ ਦੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਇਹ ਇੱਕ ਛੂਤ ਦੀ ਬਿਮਾਰੀ ਹੈ ਤੇ ਇਸ ਕਿਸੇ ਨੂੰ ਜਿਸ ਨੂੰ ਮਿਰਗੀ ਦੀ ਬਿਮਾਰੀ ਹੈ, ਜੇ ਤੁਸੀਂ ਉਹਦੀ ਝੱਗ ਤੁਹਾਨੂੰ ਲੱਗ ਜਾਂਦੀ ਹੈ ਜਾਂ ਉਹਦਾ ਹੱਥ ਲੱਗ ਜਾਂਦਾ ਹੈ ਤੇ ਤੁਹਾਨੂੰ ਵੀ ਹੋ ਸਕਦੀ ਹੈ। ਮਿਰਗੀ ਦੀ ਬਿਮਾਰੀ ਕਿਸੇ ਵੀ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਨੂੰ ਹੱਥ ਲੱਗਣ ਦੇ ਨਾਲ ਜਾਂ ਉਸ ਦੀ ਝੱਗ ਲੱਗਣ ਦੇ ਨਾਲ ਨਹੀਂ ਹੁੰਦੀ। ਮਿਰਗੀ ਦੀ ਬਿਮਾਰੀ ਦੇ ਹੋਣ ਦੇ ਬਹੁਤ ਸਾਰੇ ਕਾਰਨ ਹਨ। ਮਿਰਗੀ ਦੀ ਬਿਮਾਰੀ ਹੋਣ ਸਭ ਤੋਂ ਪਹਿਲਾ ਕਾਰਨ ਹੈ ਸਿਰ 'ਚ ਸੱਟ ਲੱਗਣਾ। ਤਾਜੀ ਸੱਟ ਜਾਂ ਪੁਰਾਣੀ ਸੱਟ, ਦੋਵਾਂ ਦੇ ਨਾਲ ਹੀ ਮਿਰਗੀ ਦੀ ਬਿਮਾਰੀ ਹੋ ਸਕਦੀ ਹੈ। ਦਿਮਾਗ ਦੀ ਰਸੌਲੀ, ਪੁਰਾਣੀ ਜਾਂ ਆਪਰੇਸ਼ਨ ਤੋਂ ਬਾਅਦ ਮਿਰਗੀ ਦੀ ਬਿਮਾਰੀ ਹੋ ਸਕਦੀ ਹੈ। ਦਿਮਾਗ ਦੇ ਵਿੱਚ ਜ਼ਿਆਦਾ ਪਾਣੀ ਭਰਨਾ, ਦਿਮਾਗ ਦਾ ਇਨਫੈਕਸ਼ਨ ਹੋਣਾ, ਦਿਮਾਗ ਦੇ ਵਿੱਚ ਪਸ ਪੈਣਾ, ਇਹ ਵੀ ਕਾਰਨ ਮਿਰਗੀ ਦੇ ਦੌਰੇ ਹੋਣ ਦੇ ਹੋ ਸਕਦੇ ਹਨ। ਆਮ ਤੌਰ ਤੇ ਮਿਰਗੀ ਦੀ ਬਿਮਾਰੀ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਨਹੀਂ ਹੁੰਦੀ ਹੈ। ਬਹੁਤ ਘੱਟ ਪ੍ਰਤੀਸ਼ਤ ਲੋਕਾਂ ਦੇ ਵਿੱਚ ਇਹ ਬਿਮਾਰੀ ਮਾਤਾ ਪਿਤਾ ਤੋਂ ਬੱਚਿਆਂ ਨੂੰ ਹੁੰਦੀ ਹੈ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਮਿਰਗੀ ਦੀ ਬਿਮਾਰੀ ਦਾ ਪਤਾ ਕਿਸ ਤਰ੍ਹਾਂ ਲੱਗਦਾ ਹੈ। ਮਿਰਗੀ ਦੀ ਬਿਮਾਰੀ ਦਾ ਪਤਾ ਮਿਰਗੀ ਦੇ ਦੌਰਿਆਂ ਤੋਂ ਲੱਗਦਾ ਹੈ। ਆਮ ਧਾਰਨਾ ਇਹ ਹੈ ਕਿ ਜਿਸ ਤੋਂ ਮਿਰਗੀ ਦੀ ਬਿਮਾਰੀ ਹੁੰਦੀ ਹੈ ਜਾਂ ਦੌਰਾ ਪੈਂਦਾ ਹੈ ਤੇ ਇਸ ਤਰ੍ਹਾਂ ਦਾ ਇਨਸਾਨ ਸਾਨੂੰ ਜ਼ਮੀਨ ਤੇ ਡਿੱਗਾ ਮਿਲਦਾ ਹੈ, ਜੋ ਕਿ ਲੱਤਾਂ ਬਾਹਾਂ ਮਾਰ ਰਿਹਾ ਹੁੰਦਾ ਹੈ। ਉਸ ਤੋਂ ਬਾਅਦ ਉਹ ਬੇਹੋਸ਼ ਹੁੰਦਾ ਹੈ। ਉਸ ਨੂੰ ਦੰਦਲ ਪਈ ਹੁੰਦੀ ਹੈ ਔਰ ਉਹਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਮਰੀਜ਼ਾਂ ਨੂੰ ਮਿਰਗੀ ਦਾ ਦੌਰਾ ਇਸੇ ਤਰ੍ਹਾਂ ਦਾ ਪਵੇ। ਛੋਟੇ ਬੱਚਿਆਂ ਨੂੰ ਹੱਸ ਕੇ ਵੀ ਮਿਰਗੀ ਦਾ ਦੌਰਾ ਪੈ ਸਕਦਾ ਹੈ। ਸੋ ਹੱਸਣਾ ਵੀ ਮਿਰਗੀ ਦਾ ਦੌਰਾ ਹੋ ਸਕਦਾ ਹੈ। ਕੁਝ ਹੋਰ ਮਰੀਜ਼ਾਂ ਦੇ ਵਿੱਚ ਉਹਨਾਂ ਦਾ ਵਤੀਰਾ ਬਦਲ ਸਕਦਾ ਹੈ। ਮਿਰਗੀ ਦੇ ਦੌਰੇ ਸਮੇਂ ਉਹ ਕਨਫਿਊਜ਼ਡ ਹੋ ਸਕਦੇ ਹੈ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦੇ ਆਲੇ ਦੁਆਲੇ ਕੀ ਹੁੰਦਾ ਪਿਆ ਹੈ। ਉਹ ਦੇਖ ਰਹੇ ਹੁੰਦੇ ਆ ਲੇਕਿਨ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਹੁੰਦੀ ਹੈ। ਮਰੀਜ਼ ਦਾ ਇੱਕੋ ਪਾਸੇ ਦੇਖਣਾ ਵੀ ਮਿਰਗੀ ਦਾ ਦੌਰਾ ਹੋ ਸਕਦਾ ਹੈ। ਮਰੀਜ਼ ਦਾ ਆਪਣੀਆਂ ਕੱਪੜਿਆਂ ਨੂੰ ਖੋਲਣਾ ਜਾਂ ਆਪਣੇ ਕੱਪੜਿਆਂ ਨੂੰ ਬੰਦ ਕਰਨਾ ਜਾਂ ਕੁਝ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਜਿਸ ਤੋਂ ਕੋਈ ਕੰਮ ਨਹੀਂ ਲਿਆ ਜਾ ਸਕਦਾ, ਉਹ ਵੀ ਮਿਰਗੀ ਦਾ ਦੌਰਾ ਹੋ ਸਕਦਾ ਹੈ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ ਵਾਰੀ ਜੇ ਮਿਰਗੀ ਦਾ ਦੌਰਾ ਹੋ ਜਾਏ ਤੇ ਸਾਨੂੰ ਕੀ ਕਰਨਾ ਚਾਹੀਦਾ। ਜੇ ਮਿਰਗੀ ਦਾ ਦੌਰਾ ਹੋ ਜਾਵੇ ਤੇ ਸਭ ਨਾਲੋਂ ਵਧੀਆ ਇਲਾਜ ਹੈ ਕਿ ਕੁਛ ਨਾ ਕਰੋ। ਜੇ ਕੋਈ ਮਰੀਜ਼ ਜ਼ਮੀਨ ਦੇ ਉੱਤੇ ਲੰਮਾ ਪਿਆ ਹੈ ਔਰ ਉਹਦੀਆਂ ਲੱਤਾਂ ਬਾਹਾਂ ਆਕੜੀਆਂ ਹੈ, ਉਹਨੂੰ ਦੰਦਲ ਪਈ ਹੈ, ਤੇ ਜੇ ਤੁਸੀਂ ਉਹਦੀ ਸਹਾਇਤਾ ਕਰਨਾ ਚਾਹੁੰਦੇ ਹੋ ਤੇ ਇੱਕੋ ਸਹਾਇਤਾ ਕਰ ਸਕਦੇ ਹੋ। ਤੁਸੀਂ ਉਹਨੂੰ ਇੱਕ ਪਾਸਾ ਦਵਾ ਦਿਓ। ਜੇ ਉਹ ਸਿੱਧਾ ਲੰਮਾ ਪਿਆ ਹੈ ਤੇ ਉਹਨੂੰ ਪਾਸਾ ਦਵਾ ਦਿਓ। ਇਸ ਤਰ੍ਹਾਂ ਪਾਸਾ ਦਵਾਓ ਕਿ ਉਹਦੇ ਮੂੰਹ ਦੇ ਵਿੱਚੋਂ ਝੱਗ ਪਾਸੇ ਤੇ ਡਿੱਗ ਪਵੇ ਤੇ ਉਹਦੀ ਸਾਹ ਵਾਲੀ ਨਾਲੀ ਦੇ ਵਿੱਚ ਨਾ ਜਾਵੇ। ਉਸ ਦੇ ਸਿਰ ਨੂੰ ਬਾਰ-ਬਾਰ ਜ਼ਮੀਨ ਤੇ ਵੱਜਣ ਤੋਂ ਵੀ ਰੋਕਣਾ ਚਾਹੀਦਾ ਹੈ। ਮਰੀਜ਼ ਦੇ ਮੂੰਹ ਦੇ ਵਿੱਚ ਕੁਝ ਨਹੀਂ ਪਾਣਾ ਚਾਹੀਦਾ, ਕਿਉਂਕਿ ਇਹ ਪਾਇਆ ਹੋਇਆ ਪਾਣੀ ਜਾਂ ਜੂਸ ਜਾਂ ਦੁੱਧ ਉਹਦੀ ਸਾਹ ਵਾਲੀ ਨਾਲੀ 'ਚ ਜਾ ਸਕਦਾ ਹੈ, ਜਿਸ ਦੇ ਨਾਲ ਉਹਦੀ ਮੌਤ ਵੀ ਹੋ ਸਕਦੀ ਹੈ। ਕਿਸੇ ਵੀ ਮਰੀਜ਼ ਜਿਹਨੂੰ ਮਿਰਗੀ ਦਾ ਦੌਰਾ ਪਿਆ ਹੈ, ਉਹਨੂੰ ਜੁੱਤੀ ਨਹੀਂ ਸੁੰਘਾਣੀ ਚਾਹੀਦੀ, ਉਹਦਾ ਨੱਕ ਨੂੰ ਬੰਦ ਨਹੀਂ ਕਰਨਾ ਚਾਹੀਦਾ, ਉਹਦੀ ਦੰਦਲ ਨਹੀਂ ਤੋੜਨੀ ਚਾਹੀਦੀ ਤੇ ਉਹਦੇ ਮੂੰਹ ਦੇ ਵਿੱਚ ਮਿਰਗੀ ਦੇ ਦੌਰੇ ਰੋਕਣ ਨੂੰ ਕੁਝ ਵੀ ਨਹੀਂ ਪਾਣਾ ਚਾਹੀਦਾ। ਜ਼ਿਆਦਾਤਰ ਮਿਰਗੀ ਦੇ ਦੌਰੇ ਆਪਣੇ ਆਪ ਰੁਕ ਜਾਂਦੇ ਹਨ। ਆਮ ਤੌਰ ਤੇ ਮਿਰਗੀ ਦਾ ਦੌਰਾ ਜਦੋਂ ਵੀ ਪੈਂਦਾ ਹੈ ਆਪਣੇ ਆਪ ਬੰਦ ਹੋ ਜਾਂਦਾ ਹੈ, ਪਰ ਕੁਝ ਸਥਿਤੀਆਂ ਵਿੱਚ ਮਿਰਗੀ ਦਾ ਦੌਰਾ ਆਪਣੇ ਆਪ ਬੰਦ ਨਹੀਂ ਹੁੰਦਾ ਤੇ ਉਸ ਵੇਲੇ ਸਾਨੂੰ ਮੈਡੀਕਲ ਸਹਾਇਤਾ ਦੀ ਜ਼ਰੂਰਤ ਪੈ ਸਕਦੀ ਹੈ। ਜੇ ਮਰੀਜ਼ ਨੂੰ ਪਹਿਲੀ ਵਾਰ ਮਿਰਗੀ ਦਾ ਦੌਰਾ ਪਿਆ ਹੈ ਤੇ ਤੁਹਾਨੂੰ ਡਾਕਟਰ ਨੂੰ ਜ਼ਰੂਰ ਬੁਲਾਉਣਾ ਚਾਹੀਦਾ ਹੈ। ਜੇ ਉਸ ਨੂੰ ਸਿਰ 'ਚ ਸੱਟ ਲੱਗਣ ਦੇ ਨਾਲ ਦੌਰਾ ਪਿਆ ਹੈ
ਤੇ ਡਾਕਟਰ ਦੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ। ਜੇ ਉਸ ਨੂੰ ਮਿਰਗੀ ਦੇ ਦੌਰੇ ਪੈਣ ਦੇ ਨਾਲ ਸਾਹ ਨਹੀਂ ਆ ਰਿਹਾ ਤੇ ਡਾਕਟਰ ਨੂੰ ਜ਼ਰੂਰ ਬੁਲਾਉਣਾ ਚਾਹੀਦਾ ਹੈ। ਮਿਰਗੀ ਦਾ ਦੌਰਾ ਜਿਹੜਾ ਕਿ 2 ਮਿੰਟ ਤੋਂ ਜ਼ਿਆਦਾ ਲੰਬਾ ਹੋਵੇ, ਉਸ ਵੇਲੇ ਡਾਕਟਰੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ। ਇਹਨਾਂ ਕਾਰਨਾਂ ਤੋਂ ਇਲਾਵਾ, ਇਹਨਾਂ ਸਥਿਤੀਆਂ ਤੋਂ ਇਲਾਵਾ ਜੇ ਕਦੀ ਮਿਰਗੀ ਦਾ ਦੌਰਾ ਪੈਂਦਾ ਹੈ ਤੇ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਮਿਰਗੀ ਦਾ ਦੌਰਾ ਆਪਣੇ ਆਪ ਠੀਕ ਹੋ ਜਾਂਦਾ ਹੈ। ਤੁਸੀਂ ਕੁਝ ਨਹੀਂ ਕਰਨਾ ਮਰੀਜ਼ ਦੀ ਸਹਾਇਤਾ ਕਰਨ ਨੂੰ, ਉਹਨੂੰ ਸਿਰਫ ਪਾਸਾ ਦਵਾ ਦਿਓ ਤੇ ਉਹਦੇ ਸਿਰ ਨੂੰ ਬਾਰ-ਬਾਰ, ਜੇ ਉਹ ਜ਼ਮੀਨ 'ਚ ਵੱਜਦਾ ਪਿਆ ਹੈ ਦੌਰੇ ਦੇ ਕਰਕੇ, ਉਹਨੂੰ ਰੋਕੋ। ਜੇ ਕਿਸੇ ਨੂੰ ਮਿਰਗੀ ਦਾ ਦੌਰਾ ਪੈ ਰਿਹਾ ਹੈ ਔਰ ਉਹ ਲੱਤਾਂ ਬਾਹਾਂ ਹਿਲਾ ਰਿਹਾ ਹੈ ਤੇ ਉਸ ਦੀਆਂ ਲੱਤਾਂ ਬਾਹਾਂ ਹਿੱਲਣ ਤੋਂ ਰੋਕਣਾ ਨਹੀਂ ਚਾਹੀਦਾ, ਕਿਉਂਕਿ ਇਸ ਦੇ ਨਾਲ ਜੇ ਤੁਸੀਂ ਉਸ ਦੀ ਬਾਹ ਨੂੰ ਹਿੱਲਣ ਤੋਂ ਰੋਕੋਗੇ ਤੇ ਉਸ ਦਾ ਮੋਢਾ ਉਤਰ ਸਕਦਾ ਹੈ, ਉਸ ਦੀ ਬਾਹ ਦੇ ਵਿੱਚ ਫ੍ਰੈਕਚਰ ਹੋ ਸਕਦਾ ਹੈ। ਇਸੇ ਤਰ੍ਹਾਂ ਜੇ ਮਰੀਜ਼ ਲੱਤਾਂ ਬਾਹਾਂ ਉਸਨੇ ਅਕੜਾਈਆਂ ਹੈ ਜਾਂ ਲੱਤਾਂ ਬਾਹਾਂ ਮਾਰ ਰਿਹਾ ਹੈ ਤੇ ਉਸ ਨੂੰ ਮਾਰਨ ਦਿਓ, ਕਿਉਂਕਿ ਜੇ ਤੁਸੀਂ ਉਸ ਨੂੰ ਰੋਕੋਗੇ ਤੇ ਚੂਲਾ ਟੁੱਟ ਸਕਦਾ ਹੈ ਜਾਂ ਲੱਤਾਂ ਟੁੱਟ ਸਕਦੀਆਂ। ਹੱਥਾਂ ਨੂੰ ਜਾਂ ਲੱਤਾਂ ਨੂੰ ਜਾਂ ਪੈਰਾਂ ਨੂੰ ਚੱਸਣ ਦੇ ਨਾਲ ਮਿਰਗੀ ਦੇ ਦੌਰੇ ਨੂੰ ਕੁਝ ਫਰਕ ਨਹੀਂ ਪਏਗਾ। ਇਸ ਦੇ ਨਾਲ ਨੁਕਸਾਨ ਹੋ ਸਕਦਾ ਹੈ, ਫਾਇਦਾ ਹੋਣ ਦਾ ਚਾਂਸ ਬਹੁਤ ਘੱਟ ਹੈ। ਜੇ ਕਿਸੇ ਨੂੰ ਪਹਿਲੀ ਵਾਰ ਮਿਰਗੀ ਦਾ ਦੌਰਾ ਪਿਆ ਹੈ ਤੇ ਉਸ ਨੂੰ ਡਾਕਟਰ ਨੂੰ ਜ਼ਰੂਰ ਦਿਖਾਓ। ਡਾਕਟਰ ਬਹੁਤ ਸਾਰੇ ਟੈਸਟ ਕਰਦਾ ਹੈ। ਕੁਝ ਮਰੀਜ਼ਾਂ ਦੇ ਵਿੱਚ 1 ਜਾਂ 2 ਟੈਸਟ ਦੀ ਜ਼ਰੂਰਤ ਪੈਂਦੀ ਹੈ, ਇਹ ਦੇਖਣ ਵਾਸਤੇ ਕਿ ਮਿਰਗੀ ਦਾ ਦੌਰਾ ਕਿੱਥੋਂ ਸ਼ੁਰੂ ਹੋ ਰਿਹਾ ਹੈ, ਦਿਮਾਗ ਦੇ ਕਿਸ ਹਿੱਸੇ 'ਚੋਂ ਆ ਰਿਹਾ ਹੈ ਔਰ ਉਹ ਕੀ ਨੁਕਸਾਨ ਕਰ ਰਿਹਾ ਹੈ। ਮਿਰਗੀ ਦੇ ਦੌਰੇ ਨੂੰ ਦੇਖਣ ਵਾਸਤੇ ਦਿਮਾਗ ਦੇ ਵਿੱਚ ਹੋਣ ਵਾਲੀ ਇਲੈਕਟ੍ਰਿਸਿਟੀ ਦੀ ਮੂਵਮੈਂਟ ਨੂੰ ਵੇਖਿਆ ਜਾਂਦਾ ਹੈ, ਜਿਸ ਟੈਸਟ ਨੂੰ ਕਿਹਾ ਜਾਂਦਾ ਹੈ EEG। ਦਿਮਾਗ ਦੇ ਅੰਦਰ ਦੇਖਣ ਵਾਸਤੇ ਸਾਨੂੰ ਦਿਮਾਗ ਦੀ ਫੋਟੋ ਖਿੱਚਣੀ ਪੈਂਦੀ ਹੈ, ਜੋ ਕਿ ਸਾਨੂੰ MRI ਦੇ ਵਿੱਚੋਂ ਦਿਸਦੀ ਹੈ। ਇਹਨਾਂ 2 ਟੈਸਟਾਂ ਦੇ ਵਿੱਚ ਜ਼ਿਆਦਾਤਰ ਮਰੀਜ਼ਾਂ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮਿਰਗੀ ਦਾ ਦੌਰਾ ਕਿਸ ਕਰਕੇ ਪੈ ਰਿਹਾ ਹੈ ਔਰ ਕਿੱਥੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਮਿਰਗੀ ਦੇ ਦੌਰੇ ਦਾ ਇਲਾਜ ਕਰਨ ਦੇ ਕੀ ਤਰੀਕੇ ਹਨ। ਮਿਰਗੀ ਦਾ ਦੌਰਾ ਆਮ ਜ਼ਿਆਦਾਤਰ ਲੋਕਾਂ ਦੇ ਵਿੱਚ ਦਵਾਈਆਂ ਦੇ ਨਾਲ ਠੀਕ ਹੋ ਜਾਂਦਾ ਹੈ। ਕੁਝ ਮਿਰਗੀ ਦੇ ਦੌਰੇ ਜੋ ਕਿ ਦਿਮਾਗ ਦੇ ਅੰਦਰ ਪਾਣੀ ਹੋਣ ਦੇ ਕਰਕੇ ਜਾਂ ਰਸੌਲੀ ਦੇ ਕਰਕੇ ਜਾਂ ਦਿਮਾਗ ਦੇ ਅੰਦਰ ਪਸ ਪੈਣ ਕਰਕੇ ਹੁੰਦੇ ਹਨ, ਉਹਨਾਂ ਨੂੰ ਆਪਰੇਸ਼ਨ ਦੀ ਜ਼ਰੂਰਤ ਪੈ ਸਕਦੀ ਹੈ। ਕੁਝ ਤਰ੍ਹਾਂ ਦੇ ਮਿਰਗੀ ਦੇ ਦੌਰੇ ਜਿਨ੍ਹਾਂ ਦੇ ਵਿੱਚ ਦਿਮਾਗ ਦਾ ਇੱਕ ਹਿੱਸਾ ਖਰਾਬ ਹੋ ਗਿਆ ਹੈ, ਉਸ ਨੂੰ ਕਿਰਨਾਂ ਦੇ ਨਾਲ ਵੀ ਸਾੜਿਆ ਜਾ ਸਕਦਾ ਹੈ, ਬਿਨਾਂ ਦਿਮਾਗ ਨੂੰ ਖੋਲਿਆ ਹੋਇਆ, ਬਿਨਾਂ ਖੋਪੜੀ ਨੂੰ ਖੋਲਿਆ ਹੋਇਆ। ਮਿਰਗੀ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਸ ਤੋਂ ਭੱਜਣਾ ਨਹੀਂ ਚਾਹੀਦਾ। ਜੇ ਤੁਹਾਨੂੰ ਮਿਰਗੀ ਦੀ ਬਿਮਾਰੀ ਹੈ ਤੇ ਤੁਸੀਂ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ, ਆਪਣੇ ਡਾਕਟਰ ਨੂੰ ਜ਼ਰੂਰ ਦੱਸੋ। ਇਸ ਬਿਮਾਰੀ ਤੋਂ ਜੇ ਤੁਸੀਂ ਦੂਰ ਭੱਜੋਗੇ ਤੇ ਬਿਮਾਰੀ ਤੋਂ ਤੁਸੀਂ ਠੀਕ ਨਹੀਂ ਹੋ ਪਾਓਗੇ। ਇਹ ਬਿਮਾਰੀ ਮਾਂ ਤੋਂ ਬੱਚੇ ਨੂੰ ਨਹੀਂ ਹੁੰਦੀ ਹੈ। ਬਿਮਾਰੀ ਜਦੋਂ ਹੁੰਦੀ ਹੈ ਤੇ ਉਸ ਤੋਂ ਬਾਅਦ ਮਾਂ ਬੱਚੇ ਨੂੰ ਜਨਮ ਦੇ ਸਕਦੀ ਹੈ। ਕੋਈ ਇਨਸਾਨ ਜਿਸ ਨੂੰ ਮਿਰਗੀ ਦਾ ਦੌਰਾ ਪਏ 6 ਮਹੀਨੇ ਹੋ ਗਏ ਹਨ, ਉਹ ਡਰਾਈਵਿੰਗ ਕਰਨੀ ਸ਼ੁਰੂ ਕਰ ਸਕਦਾ ਹੈ। ਕਿਸੇ ਵੀ ਮਰੀਜ਼ ਜਿਸ ਨੂੰ ਮਿਰਗੀ ਦਾ ਦੌਰਾ ਪਿਆ ਹੈ, ਉਸ ਨੂੰ ਜੁੱਤੀ ਨਹੀਂ ਸੁੰਘਾਣੀ ਚਾਹੀਦੀ, ਉਸ ਦਾ ਨੱਕ ਨਹੀਂ ਬੰਦ ਕਰਨਾ ਚਾਹੀਦਾ। ਜੇ ਕੋਈ ਮਰੀਜ਼ ਦਵਾਈ ਬੰਦ ਕਰਦਾ ਹੈ ਡਾਕਟਰ ਤੇ ਪੁੱਛੇ ਬਿਨਾਂ ਤੇ ਉਸ ਨੂੰ ਟਾਈਮ ਤੋਂ ਪਹਿਲੇ ਦਵਾਈ ਬੰਦ ਕਰਦਾ ਹੈ ਡਾਕਟਰ ਤੋਂ ਪੁੱਛੇ ਬਿਨਾਂ ਤੇ ਉਸ ਨੂੰ ਮਿਰਗੀ ਦਾ ਦੌਰਾ ਪੈ ਸਕਦਾ ਹੈ। ਮਿਰਗੀ ਦਾ ਦੌਰਾ ਚੰਦ ਦੀ ਹੋਣ ਵਾਲੀ ਡਿਸਟਰਬੈਂਸ ਕਰਕੇ ਨਹੀਂ ਹੁੰਦਾ ਹੈ। ਮਿਰਗੀ ਦਾ ਦੌਰਾ ਭੂਤ ਪ੍ਰੇਤ ਦੇ ਕਰਕੇ ਵੀ ਨਹੀਂ ਹੁੰਦਾ ਹੈ। ਮਿਰਗੀ ਦੇ ਦੌਰੇ ਵਾਲੇ ਮਰੀਜ਼ ਨੂੰ ਵੱਖਰਾ ਨਹੀਂ ਰੱਖਣਾ ਚਾਹੀਦਾ, ਉਸ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ, ਕਿਉਂਕਿ ਮਰੀਜ਼ ਤੋਂ ਤੁਹਾਨੂੰ ਮਿਰਗੀ ਦੇ ਦੌਰੇ ਦੀ ਬਿਮਾਰੀ ਨਹੀਂ ਹੋ ਸਕਦੀ। ਇਹ ਕੋਈ ਛੂਤ ਅਛੂਤ ਦੀ ਬਿਮਾਰੀ ਨਹੀਂ ਹੈ। ਮਿਰਗੀ ਇੱਕ ਆਮ ਬਿਮਾਰੀ ਹੈ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਹੋ ਸਕਦੀ ਹੈ। ਪ੍ਰੈਗਨੈਂਟ ਔਰਤਾਂ ਨੂੰ ਵੀ ਮਿਰਗੀ ਦੀ ਬਿਮਾਰੀ ਹੋ ਸਕਦੀ ਹੈ। ਜੇ ਕਿਸੇ ਔਰਤ ਨੂੰ ਪ੍ਰੈਗਨੈਂਸੀ ਦੇ ਦੌਰਾਨ ਮਿਰਗੀ ਦੀ ਬਿਮਾਰੀ ਹੁੰਦੀ ਹੈ ਤੇ ਉਹ ਪ੍ਰੈਗਨੈਂਸੀ ਨੂੰ ਕੰਟੀਨਿਊ ਕਰ ਸਕਦੀ ਹੈ। ਇਸ ਵਾਸਤੇ ਬੱਚੇ ਨੂੰ ਅਬਾਰਟ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਕਿਸੇ ਨੂੰ ਮਿਰਗੀ ਦੀ ਬਿਮਾਰੀ ਪ੍ਰੈਗਨੈਂਸੀ ਤੋਂ ਪਹਿਲੇ ਹੈ ਤੇ ਉਹ ਬੱਚਾ ਨਾਰਮਲ ਬੱਚਾ ਪੈਦਾ ਕਰ ਸਕਦੀ ਹੈ। ਇਸ ਤੋਂ ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲੇ ਤੁਹਾਨੂੰ ਡਾਕਟਰ ਨੂੰ, ਗਾਇਨੀਕੋਲੋਜਿਸਟ ਨੂੰ ਔਰ ਆਪਣੇ ਦਿਮਾਗ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
ਜੋ ਕਿ ਕੁਝ ਐਸੀਆਂ ਸਪੈਸ਼ਲ ਦਵਾਈਆਂ ਦੇਗਾ ਜਿਸ ਦੇ ਨਾਲ ਬੱਚੇ ਨੂੰ ਹੋਣ ਵਾਲਾ ਨੁਕਸਾਨ ਦਾ ਚਾਂਸ ਬਹੁਤ ਘੱਟ ਹੋ ਜਾਂਦਾ ਹੈ। ਟਿਪਸ ਦਵਾਂਗਾ ਉਹਨਾਂ ਮਰੀਜ਼ਾਂ ਵਾਸਤੇ ਜਿਨ੍ਹਾਂ ਨੂੰ ਮਿਰਗੀ ਦਾ ਦੌਰਾ ਦੀ ਬਿਮਾਰੀ ਹੈ। ਇਹਨਾਂ ਮਰੀਜ਼ਾਂ ਨੂੰ ਸਟ੍ਰੈਸ ਨਹੀਂ ਲੈਣਾ ਚਾਹੀਦਾ, टाइम पे खाना खाना चाहिए है, टाइम पे सोना चाहिए है और ज्यादा चिर भुखे नहीं रहना चाहिए। ज्यादा चिर भुखे रहने दे नाल भी मिर्गी की बीमारी हो सकती है। दवाई छड्डण दे नाल मिर्गी की बीमारी हो सकती है। डॉक्टर तो पूछे बिना इस दवाई नूं छड्डो ना। आम तौर ते लोकी साल 2 साल का कोर्स करके अपने आप दवाई बंद कर देंदे हन और इस तो बाद मिर्गी का दौरा पै जाता है। इस तो बचना चाहिए है। जिस इंसान को मिर्गी का दौरा पैंदा है उसनों शराब का सेवन घट या बंद कर देना चाहिए है। मिर्गी की बीमारी कोई इस तरह की बीमारी नहीं है जो कि छूत अछूत की बीमारी है। ये बीमारी बहुत सारे लोगों को होंदी है। दिमाग के डॉक्टर इस बीमारी के मरीज हर रोज देखते हैं। इस बीमारी का इलाज बहुत आसानी नाल किया जा सकता है और इस बीमारी के इलाज के नाल नॉर्मल या नियरली नॉर्मल एक साधारण जिंदगी कोई भी इंसान मिर्गी के दौरे वाला जी सकता है। इस रोग को छिपाना नहीं चाहिए क्योंकि साडे कोल इस बीमारी के इलाज करने वास्ते बहुत अच्छियां सुविधावां जिस तरह की दवाइयां, ऑपरेशन या किरणा के नाल इलाज उपलब्ध है। मैं यही कहना चाहूंगा कि मिर्गी के रोग वाले मरीज नाल कोई भी वितकरा ना करो और उसनों इलाज वास्ते भेजो।